Dear students, our topic is time graded overcurrent ring main feeder protection। मतलब ਆਪਾਂ ਦੋ ਫੀਡਰ ਪਹਿਲਾਂ ਪੜ ਚੁੱਕੇ ਹਾਂ, ਇੱਕ ਸੀ ਰੇਡੀਅਲ ਫੀਡਰ, ਇੱਕ ਸੀ ਪੈਰਲਲ ਫੀਡਰਸ। ਅੱਜ ਹੁਣ ਹੈ ਰਿੰਗ ਮੇਨਸ ਫੀਡਰ। ਇਹਦੇ ਵਿੱਚ ਆਪਾਂ ਹੁਣ ਡਿਸਕਸ ਕਰਾਂਗੇ ਜੋ ਵੀ ਇਹਦਾ ਟੌਪਿਕ ਹੈਗਾ ਅੱਗੇ ਜਾ ਕੇ। ਓਵਰਕਰੰਟ ਪ੍ਰੋਟੈਕਸ਼ਨ ਆਫ ਰਿੰਗ ਮੇਨਸ ਫੀਡਰ। ਰਿੰਗ ਮੇਨਸ ਫੀਡਰਸ ਹੁੰਦੇ ਆ ਕੀ ਹੁੰਦੇ ਦੇਖੋ, ਕਹਿੰਦਾ ਇਨ ਦਿਸ ਸਿਸਟਮ ਵੇਰੀਅਸ ਪਾਵਰ ਸਟੇਸ਼ਨਸ ਔਰ ਸਬ ਸਟੇਸ਼ਨਸ ਆਰ ਇੰਟਰਕਨੈਕਟਡ ਬਾਏ ਆਲਟਰਨੇਟ ਰੂਟਸ। ਮਤਲਬ ਜਿਹੜੇ ਪਾਵਰ ਸਟੇਸ਼ਨ ਨੇ ਜਾਂ ਸਬ ਸਟੇਸ਼ਨ ਆ ਆਲਟਰਨੇਟਿਵ ਰੂਟਸ ਦੇ ਨਾਲ ਉਹ ਆਪਾਂ ਇੱਕ ਦੂਜੇ ਨਾਲ ਅਟੈਚ ਕੀਤੇ ਆ, ਫਾਰਮਿੰਗ ਏ ਕਲੋਜ਼ਡ ਰਿੰਗ। ਮਤਲਬ ਕਲੋਜ਼ ਰਿੰਗ ਜਿਹੜੀ ਬਣ ਜਾਂਦੀ ਉਹਦੇ ਨਾਲ ਆਪਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਅਟੈਚ ਕੀਤੇ ਹੋਏ ਆ। ਕਹਿੰਦਾ ਇਨ ਕੇਸ ਆਫ ਡੈਮੇਜ ਆਫ ਐਨੀ ਸੈਕਸ਼ਨ ਆਫ ਰਿੰਗ that section may be disconnected for repair and power will supplied from both ends of the ring, thereby maintaining continuity of supply। ਕਹਿੰਦਾ ਅਗਰ ਕਿਸੇ ਸੈਕਸ਼ਨ 'ਚ ਫਾਲਟ ਪੈ ਜਾਂਦਾ ਤਾਂ ਆਪਾਂ ਉਸ ਸੈਕਸ਼ਨ ਨੂੰ ਡਿਸਕਨੈਕਟ ਕਰਕੇ ਦੂਸਰੇ ਪਾਸੇ ਥਾਣੀ ਉਹਦੀ ਸਪਲਾਈ ਜਿਹੜੀ ਉਹਦੀ ਕੰਟੀਨਿਊਟੀ ਆ ਉਹ ਚੱਲਦੀ ਰੱਖਦੇ ਆ। ਦੇਖੋ ਅਗਲੀ ਡਾਇਗਰਾਮ ਦੇ ਵਿੱਚ ਆਉਣ ਡਾਇਗਰਾਮ ਆ, ਇਹਦੇ ਵਿੱਚ ਦੇਖੋ ਤੁਹਾਨੂੰ ਇੱਕ ਟਿਪੀਕਲ ਰਿੰਗ ਮੇਨ ਸਿਸਟਮ ਦਿਖਾਇਆ ਹੋਇਆ। ਧਿਆਨ ਨਾਲ ਦੇਖੋ ਇਹਨੂੰ। ਇਹਦੀ ਰਾਈਟ ਸਾਈਡ ਤੇ ਜਨਰੇਟਰ ਆ ਤੇ ਬਾਕੀ ਇਹ ਸਾਰੇ ਰਿੰਗਸ ਦੇ ਨਾਲ ਜੁੜਿਆ ਹੋਇਆ। ਇੱਕ ਜਨਰੇਟਰ ਤੋਂ ਸਪਲਾਈ ਆ ਰਹੀ, ਜਨਰੇਟਿੰਗ ਸਟੇਸ਼ਨ ਤੋਂ ਸਪਲਾਈ ਆ ਰਹੀ ਆ ਤੇ ਚਾਰ ਸਬ ਸਟੇਸ਼ਨ ਹੈਗੇ। ਉੱਪਰਲੇ ਪਾਸੇ ਦੇਖੋ ਸੈਂਟਰ ਵਿੱਚ ਇੱਕ S1 ਲੱਗਾ, ਫਿਰ ਰਾਈਟ ਸਾਈਡ ਤੇ ਜਾਓ ਇੱਕ S2 ਲੱਗਾ। ਇਸੇ ਥੱਲੇ ਪਾਸੇ ਦੇਖੋ ਇੱਕ S4 ਲੱਗਾ ਹੋਇਆ ਤੇ ਇੱਕ S3 ਲੱਗਾ। ਹੁਣ ਇਹਦਾ ਮਤਲਬ ਜਨਰੇਟਰ ਤੋਂ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਅਗਰ ਤੁਸੀਂ ਜਾਂਦੇ ਹੋ ਤਾਂ ਦੇਖੋ ਸਭ ਤੋਂ ਪਹਿਲਾਂ ਸਬ ਸਟੇਸ਼ਨ S1, ਫਿਰ S2, ਫਿਰ S3, ਫਿਰ S4 ਇਸ ਤਰ੍ਹਾਂ ਇਹ ਲੱਗੇ ਹੋਏ ਆ। ਤੇ ਇਹਨਾਂ ਦੇ ਨਾਲ ਨਾਲ ਹੀ ਦੇਖੋ ਤੁਸੀਂ ਜਿਹੜਾ ਜਨਰੇਟਿੰਗ ਸਟੇਸ਼ਨ ਆ, ਜਿੱਦਾਂ ਆਪਾਂ ਪਹਿਲਾਂ ਵੀ ਦੇਖਿਆ ਸੀ ਰੇਡੀਅਲ ਸਿਸਟਮ ਦੇ ਵਿੱਚ ਇੱਕ ਕਿਸਮ ਦਾ, ਅਗਰ ਤੁਸੀਂ ਬਾਕੀ ਸਾਰਾ ਕੁਝ ਛੱਡ ਦਿਓ ਤਾਂ S1 ਨੂੰ ਰੇਡੀਅਲ ਸਿਸਟਮ ਬਣਾ ਕੇ ਦੇਖੋ ਤਾਂ ਇਹਦੇ ਪੈਰਲਲ ਸਿਸਟਮ ਬਣਾ ਕੇ ਦੇਖੋ ਤਾਂ ਇਹਦੇ ਵਿੱਚ ਰੇਡੀਅਲ ਨਹੀਂ ਸੌਰੀ ਪੈਰਲਲ ਸਿਸਟਮ ਬਣਾ ਕੇ ਦੇਖੋ ਤਾਂ ਇਹਦੇ ਵਿੱਚ ਆਪਾਂ ਜਿੱਦਾਂ ਦੇਖਿਆ ਸੀ ਇੱਕ ਨੌਨ ਡਾਇਰੈਕਸ਼ਨਲ ਰਿਲੇ ਲੱਗੀ ਹੋਈ ਆ ਪਹਿਲੀ ਤੇ ਦੂਜੀ ਡਾਇਰੈਕਸ਼ਨ ਰਿਲੇ। ਮਤਲਬ ਜਨਰੇਟਿੰਗ ਸਟੇਸ਼ਨ ਦੇ ਆਊਟਗੋਇੰਗ ਪੁਆਇੰਟਸ ਦੇ ਉੱਤੇ ਉੱਪਰ ਤੇ ਥੱਲੇ ਪਾਸੇ ਦੋਨੇ ਪੁਆਇੰਟਸ ਦੇ ਉੱਤੇ ਨੌਨ ਡਾਇਰੈਕਸ਼ਨਲ ਰਿਲੇਜ਼ ਲੱਗੀਆਂ ਹੋਈਆਂ ਤੇ ਬਾਕੀ ਸਾਰੀਆਂ ਰਿਲੇਜ਼ ਨੇ ਕੱਲੇ ਸਬ ਸਟੇਸ਼ਨ ਦੇ ਇੱਕ ਇਨਕਮਿੰਗ ਤੇ ਆਊਟਗੋਇੰਗ, ਇਨਕਮਿੰਗ ਆਊਟਗੋਇੰਗ, ਇਨਕਮਿੰਗ ਆਊਟਗੋਇੰਗ ਤੇ ਇਨਕਮਿੰਗ ਆਊਟਗੋਇੰਗ ਤੇ ਨੌਨ ਡਾਇਰੈਕਸ਼ਨਲ ਰਿਲੇਜ਼ ਲੱਗੀਆਂ। ਦੇਖੋ ਉੱਪਰ S1 ਇਨਕਮਿੰਗ ਆਊਟਗੋਇੰਗ ਡਾਇਰੈਕਸ਼ਨ ਰਿਲੇ ਹੋ ਗਈਆਂ, ਇੱਕ ਇੱਧਰ ਨੂੰ ਇੱਕ ਉੱਧਰ ਨੂੰ। ਇੱਦਾਂ S2 ਦੇ ਵਿੱਚ ਡਾਇਰੈਕਸ਼ਨ ਰਿਲੇ ਲੱਗੀ ਆ, ਇੱਕ ਦਾ ਕਰੰਟ ਜਨਰੇਟਰ ਵੱਲ ਨੂੰ ਜਾ ਰਿਹਾ ਤਦ ਆਪਰੇਟ ਕਰੇ, ਦੂਜੀ ਜਦੋਂ ਦੂਸਰੇ ਪਾਸੇ ਜਾਏਗਾ ਤਦ ਆਪਰੇਟ ਕਰੇਗਾ। ਇੱਦਾਂ ਹੀ ਥੱਲੇ ਪਾਸੇ ਸਾਰੇ ਪਾਸੇ ਸਬ ਸਟੇਸ਼ਨਸ ਦੇ ਇਨਕਮਿੰਗ ਆਊਟਗੋਇੰਗ ਤੇ ਇੱਕ ਡਾਇਰੈਕਸ਼ਨ ਰਿਲੇ ਲੱਗੀ ਆ ਤੇ ਜਨਰੇਟਿੰਗ ਸਾਈਡ ਦੇ ਉੱਤੇ ਜਨਰੇਟਿੰਗ ਦੇ ਸਟਾਰਟਿੰਗ ਦੇ ਵਿੱਚ ਜਨਰੇਟਿੰਗ ਦੀ ਆਊਟਗੋਇੰਗ ਕਹਿ ਸਕਦੇ ਹੋ ਤੁਸੀਂ, ਉੱਥੇ ਜਿਹੜੀਆਂ ਉਹ ਨੌਨ ਡਾਇਰੈਕਸ਼ਨ ਰਿਲੇ ਲੱਗੀਆਂ ਹੋਈਆਂ। ਹੁਣ ਅਗਰ ਇਹਨਾਂ ਦਾ ਤੁਸੀਂ ਟਾਈਮਿੰਗ ਧਿਆਨ ਨਾਲ ਟਾਈਮਿੰਗ ਦੇਖੋ ਤਾਂ ਹੁਣ ਆਪਾਂ ਜਨਰੇਟਰ ਤੋਂ ਉੱਪਰਲੇ ਪਾਸ ਤੇ ਜਨਰੇਟਰ ਵੱਲ ਆਈਏ ਤਾਂ ਸਾਡੀ ਇਹ ਬਣਦਾ ਜਨਰੇਟਰ S1, S2, S3 ਤੇ S4। ਅਗਰ ਆਪਾਂ ਇੱਧਰੋਂ ਐਂ ਨੂੰ ਜਾਂਦੇ ਹਾਂ ਤਾਂ ਟਾਈਮਿੰਗ ਦੇਖੋ ਸੈੱਟ ਕੀਤੀ ਹੋਈ ਆ। ਪਹਿਲੀ ਰਿਲੇ ਹੈ ਧਿਆਨ ਨਾਲ ਦੇਖਣਾ A, ਉਹਦਾ ਹੈ 2.5। ਦੂਜੀ ਉਸ ਡਾਇਰੈਕਸ਼ਨ 'ਚ ਰਿਲੇ ਆਪਾਂ ਲਾਵਾਂਗੇ ਉਹ ਹੈ C, ਉਹਦਾ ਰੱਖਿਆ 2 ਸੈਕਿੰਡ। ਪਹਿਲੇ ਦਾ ਕਿੰਨਾ ਸੀ 2.5 ਨੀਅਰ ਟੂ ਜਨਰੇਟਰ ਹਾਈਐਸਟ ਟਾਈਮ ਰੱਖਿਆ। ਦੂਜਾ C ਹੈ ਟਾਈਮ ਘਟ ਗਿਆ ਕਿਉਂਕਿ ਫਾਰ ਹੋ ਗਈ ਜਨਰੇਟਰ ਤੋਂ ਥੋੜੀ ਦੂਰ ਚਲ ਗਈ। ਹੁਣ ਉਸ ਤੋਂ ਬਾਅਦ S2 ਦੇ ਵਿੱਚ ਆਓ E ਰਿਲੇ ਦੀ ਡਾਇਰੈਕਸ਼ਨ ਵੀ ਉਧਰ ਨੂੰ ਆ, ਇਸ ਕਰਕੇ ਇਹ 1.5 ਦੇਖੋ ਪਹਿਲੀ 2.5 ਫਿਰ 2 ਸੈਕਿੰਡਸ ਹੁਣ 1.5। ਹੁਣ ਫਾਲਟ ਜਿੱਥੇ ਫਾਲਟ ਬਣਿਆ ਹੋਇਆ ਉਹ ਲਾਈਨ ਜਿਹੜੀ ਆ ਰਹੀ ਉਹ ਥੱਲੇ ਪਾਸੇ ਆਓ, ਉਹਦੀ ਡਾਇਰੈਕਸ਼ਨ ਦੇਖੋ ਕਿਹੜੀ ਆ G ਰਿਲੇ ਦੀ ਜਨਰੇਟਰ ਵੱਲ ਨੂੰ ਜਾ ਰਹੀ, ਇਸ ਕਰਕੇ ਇਹਦਾ ਦੇਖੋ ਉਹਨਾਂ ਵੀ ਘੱਟ ਟਾਈਮ ਆ 1 ਸੈਕਿੰਡ। ਹੁਣ ਉਸ ਤੋਂ ਬਾਅਦ ਲਾਸਟ ਰਿਲੇ ਆ ਗਈ I ਵਾਲੀ ਵੀ ਜਨਰੇਟਰ ਵੱਲ ਨੂੰ ਡਾਇਰੈਕਸ਼ਨ ਆ, ਉਹਦਾ ਰੱਖਿਆ 0.1 ਸੈਕਿੰਡ। ਮਤਲਬ ਆਪਾਂ ਅਗਰ ਮੰਨ ਲਈਏ ਕਿ ਜਨਰੇਟਰ ਤੋਂ ਸਪਲਾਈ ਜਿਹੜੀ ਆ ਕਲੌਕਵਾਈਜ਼ ਘੁੰਮ ਕੇ ਵਾਪਸ ਜਨਰੇਟਰ ਨੂੰ ਆ ਰਹੀ ਆ ਤੇ ਇਹਦੇ ਵਿੱਚ ਕਿਹੜੀ ਆਊਗੀ ਜਨਰੇਟਰ ਤੋਂ ਬਾਅਦ A, C, E, G ਤੇ I। ਤਾਂ ਉਹਦੀ ਟਾਈਮਿੰਗ ਵੀ ਦੇਖੋ ਆਪਾਂ ਉਸ ਹਿਸਾਬ ਨਾਲ 2.5 ਫਿਰ 2 ਫਿਰ E ਦੀ 1.5 ਫਿਰ G ਦੀ 1 ਸੈਕਿੰਡ ਤੇ I ਦੀ 0.5 ਸੈਕਿੰਡ। ਹੁਣ ਇਸੇ ਤਰ੍ਹਾਂ ਹੀ ਅਗਰ ਆਪਾਂ ਜਨਰੇਟਰ ਤੋਂ ਐਂਟੀ ਕਲੌਕਵਾਈਜ਼ ਵਾਲੇ ਪਾਸੇ ਨੂੰ ਜਾਂਦੇ ਹਾਂ ਤਾਂ ਫਿਰ ਦੇਖੋ ਧਿਆਨ ਨਾਲ ਕੀ ਆ ਜਨਰੇਟਰ ਫਿਰ ਥੱਲੇਲੇ ਪਾਸੇ ਨੂੰ ਐਂਟੀ ਕਲੌਕਵਾਈਜ਼ ਹੋ ਗਿਆ ਨਾ ਥੱਲੇ ਦੀ, ਉਹ ਹੋਊਗਾ S4, S3, S2, S1। ਹੁਣ ਇਸੇ ਡਾਇਰੈਕਸ਼ਨ ਦੇ ਵਿੱਚ ਜਿਹੜੀਆਂ ਰਿਲੇਜ਼ ਲੱਗੀਆਂ ਦੇਖੋ ਹੁਣ ਪਹਿਲਾਂ ਆਉਂਦੀ ਹੈ J ਕਿਉਂਕਿ ਨੌਨ ਡਾਇਰੈਕਸ਼ਨ ਵਾਲਾ, ਇਸ ਕਰਕੇ J ਦੀ ਟਾਈਮਿੰਗ ਆਪਾਂ 2.5 ਸੈਕਿੰਡ ਕੀਤੀ ਆ। ਹੁਣ J ਤੋਂ ਬਾਅਦ ਉਸ ਡਾਇਰੈਕਸ਼ਨ ਦੇ ਵਿੱਚ ਕਿਹੜੀ ਹੁੰਦੀ ਹੈ S4 ਦੇ ਅਗਲੀ ਰਿਲੇ H, ਉਹ ਆਪਾਂ 2 ਸੈਕਿੰਡ ਰੱਖੀ ਕਿਉਂਕਿ ਉਸ ਤੋਂ ਬਾਅਦ ਆ ਰਹੀ ਆ। ਫਿਰ ਆ ਗਈ S3, ਉਹਦਾ ਉਸ ਤੋਂ ਘੱਟ ਟਾਈਮ ਰੱਖਿਆ 1.5 ਸੈਕਿੰਡ F ਵਾਲੀ ਰਿਲੇ। ਹੁਣ ਉੱਪਰ ਜਾਵਾਂਗੇ ਤਾਂ ਹੁਣ ਡਾਇਰੈਕਸ਼ਨ 'ਚ ਆ ਗਈ ਉਸ ਡਾਇਰੈਕਸ਼ਨ 'ਚ D, ਹੁਣ D ਦੀ ਰੱਖੀ ਆ 1 ਸੈਕਿੰਡ। ਇਹ ਹੈ ਰਿਲੇ D ਦਾ 1 ਸੈਕਿੰਡ
किहदे नालों जे नालों हुण जे डी तो बाद आ गया S1 के स्टेशन तो बाद आ गई आ बी दी आ गई 0.5 सैकेंड्स मतलब इस तरह आपां टाइमिंग सैट की दो सर्किट्स बनाए आ पैरेलल एक कह सकते हैं कि आपां S1 S2 ते S3 ते S4 वाल दी दूजा बनाया आपां जे जी जी S4 S3 S2 ते S1 इदां ही आपां इन्हां दी टाइमिंग मतलब जे आप फॉल्ट वाले पासों दूजे रिवर्स चलीए तो आप कह सकते हैं डिक्रीजिंग तो बाद इनक्रीजिंग वाल जाने तो जो उपरले पासों आएगी तो आप कह सकते हैं इनक्रीजिंग वाल तो डिक्रीजिंग वाल मतलब दोनों पासे तो जो जनरेटर वाले साइड्स लगियां दोनों लेन्स की टाइमिंग सब तो ज़्यादा है तो जो फॉल्ट वाले पासे देखो लगियां उन्होंने टाइम जनरेटर नालों थोड़ी घट है प्लस बाकी के सिस्टम के नाल आप सैटिंग की हुई है अगे आप डिटेल देखते हैं the figure shows the single line diagram of typical ring main system consisting of one generator G supplying 4 substation S1, S2, S3, S4 full stop. In this arrangement, power can flow in both directions under fault condition. कहता इदां दा सिस्टम अरेंजमेंट बनया कि जो फाल्ट जिथे आप फाल्ट शो किया अगर उत्थे फाल्ट पैंदा तो पावर दोनों डायरेक्शन दे विचों दी मूव कर सकती है देयरफॉर इट इज नेसेसरी टू ग्रेड इन बोथ डायरेक्शंस अराउंड द रिंग एंड आल्सो टू यूज डायरेक्शनल रिलेज दोनों पासे रिंग्स दे कहंदा आपां जड़ियां वो डायरेक्शनल रिलेज भी यूज करांगे इन ऑर्डर दैट ओनली फॉल्ट सेक्शन ऑफ द रिंग इज आइसोलेटेड अंडर फॉल्ट कंडीशन द टाइप्स ऑफ रिले एंड देयर टाइमिंग should be as follows ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਵਿੱਚ ਲਿਖਿਆ ਵੀ ਤੁਸੀਂ ਪੜ੍ਹ ਸਕਦੇ ਹੋ ਕਿਦਾਂ ਦਾ ਕਹਿੰਦਾ two lines leaving the generating station should be equipped with non directional overcurrent relay A and J in this case मतलब ਕਹਿੰਦਾ ਕਿ ਜਦੋਂ ਜਨਰੇਟਰ ਦੇ ਜਿਹੜੇ ਦੋ ਲਿਵਿੰਗ ਪੁਆਇੰਟਸ ਨੇ ਜਿੱਥੇ ਲਿਵਿੰਗ ਲਾਈਨ ਜਿੱਥੋਂ ਸਪਲਾਈ ਜਾ ਰਹੀ ਆ ਉਸ ਦੇ ਵਿੱਚ ਆਪਾਂ ਨੌਨ ਡਾਇਰੈਕਸ਼ਨਲ ਰਿਲੇਜ਼ ਲਗਾਈਆਂ ਇੱਕ A ਆ ਤੇ ਦੂਜੀ ਜਿਹੜੀ ਆ ਉਹ J ਹੈਗੀ ਆ ਉਸ ਤੋਂ ਬਾਅਦ ਕਹਿੰਦਾ ਕਿ ਦੇਖੋ at each substation कल्ले substation the reverse power or directional relay should be placed in both incoming and outgoing lines मतलब ਹੁਣ ਕਹਿੰਦਾ ਜਿੰਨੇ ਵੀ ਸਬਸਟੇਸ਼ਨ ਆ ਗਏ ਆ ਚਾਰ ਹੈਗੇ ਆ ਚਾਰਾਂ ਦੇ ਇਨਕਮਿੰਗ ਤੇ ਆਊਟਗੋਇੰਗ ਦੇ ਵਿੱਚ ਵੀ ਆਪਾਂ ਕਿਹੜੀ ਰਿਲੇ ਲਾਈ ਆ ਰਿਵਰਸ ਪਾਵਰ ਰਿਲੇ ਕਿਹੜੀ B C D E F G H ਤੇ I ਮਤਲਬ ਉੱਪਰੋਂ ਦੀ ਕਲੌਕਵਾਈਜ਼ ਅਗਰ ਘੁੰਮ ਕੇ ਦੇਖੀਏ ਇਹ ਸਾਰੀਆਂ ਜਿਹੜੀਆਂ B C D E F G H I रिलेज है ये डायरेक्शनल रिलेज होंगे देयर शुड बी प्रॉपर रिलेटिव टाइम सैटिंग ऑफ रिलेज ਆਪਾਂ ਇਹਨਾਂ ਦੀ ਟਾਈਮ ਸੈਟਿੰਗ ਵੀ ਕੀਤੀ ਹੋਈ ਹੈ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਡਾਇਗਰਾਮਸ ਦਿਖਾਇਆ ਉਸੇ ਤਰ੍ਹਾਂ ਹੀ ਕਹਿੰਦਾ ਐਜ਼ ਐਨ ਐਗਜ਼ਾਮਪਲ ਗੋਇੰਗ ਅਰਾਊਂਡ ਲੂਪ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਗੋਇੰਗ ਅਰਾਊਂਡ ਲੂਪ ਕਿਹੜਾ G S1 S2 S3 S4 G ਅਗਰ ਕਹਿੰਦਾ ਆਪਾਂ ਇਸ ਤਰ੍ਹਾਂ ਹੁੰਦੇ ਆ ਤਾਂ ਆਊਟਗੋਇੰਗ ਰਿਲੇਜ਼ ਬਸ ਕਿਹੜੀਆਂ at A C E G I are set with decreasing time limits मतलब ਜਨਰੇਟਿੰਗ ਵਾਲੀ ਸਟਾਰਟ ਤੋਂ ਆਪਾਂ ਸਟਾਰਟ ਕਰਕੇ ਕਹਿੰਦਾ ਡਿਕਰੀਜ਼ਿੰਗ ਟਾਈਮਿੰਗ ਆਪਾਂ ਲਿਮਿਟਸ ਸੈੱਟ ਕੀਤੀਆਂ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ 2.5 2 1.5 1 0.5 ਇਸ ਤਰ੍ਹਾਂ ਮਤਲਬ ਆਪਾਂ ਟਾਈਮਿੰਗ ਜਿਹੜੀਆਂ ਡਿਕਰੀਜ਼ਿੰਗ ਸੈਟਿੰਗ ਕੀਤੀਆਂ ਹੁਣ ਇਸੇ ਤਰ੍ਹਾਂ ਕਹਿੰਦਾ ਗੋਇੰਗ ਅਰਾਊਂਡ ਦਾ ਲੂਪ ਇਨ ਆਪੋਜ਼ਿਟ ਡਾਇਰੈਕਸ਼ਨ ਦੂਜੀ ਡਾਇਰੈਕਸ਼ਨ 'ਚ ਅਗਰ ਕਹਿੰਦਾ ਆਪਾਂ मूव करिए द आउटगोइंग रिलेज J H F D एंड B आर आल्सो सैट विद द डिक्रीजिंग हुण इसे तरह अगर दूजे पासे ते आपां जांदे आ तां आपां इहदा डिक्रीजिंग टाइम जिद्दां 2.5 2 1.5 1 ते 0.5 ਪਹਿਲਾਂ ਆਪਾਂ ਉੱਪਰੋਂ ਕੀਤਾ ਸੀ ਤਾਂ ਆਪਾਂ ਜਨਰੇਟਰ ਵਾਲੇ ਪਾਸੋਂ ਸ਼ੁਰੂ ਕੀਤਾ 2.5 2 1.5 1 ਤੇ ਇਦਾਂ ਹੀ ਆਪਾਂ ਥੱਲੇ ਪਾਸੋਂ ਅਗਰ ਸ਼ੁਰੂ ਕਰਦੇ ਤਾਂ ਵੀ ਆਪਾਂ ਜਨਰੇਟਰ ਵਾਲੇ ਪਾਸੋਂ ਸ਼ੁਰੂ ਕਰਦੇ ਹਾਂ 2.5 2 1 ਤੇ ਉਸ ਤੋਂ ਬਾਅਦ ਹਾਫ ਇਸ ਤਰ੍ਹਾਂ ਆਪਾਂ ਇਹਦੀਆਂ ਸੈਟਿੰਗਸ ਕੀਤੀਆਂ ਹੋਈਆਂ ਹੁਣ ਕਹਿੰਦਾ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਜਦੋਂ ਫਾਲਟ ਪੈਂਦਾ ਦੇਖੋ ਆਪਾਂ ਪਹਿਲਾਂ ਪੜ੍ਹਦੇ ਹਾਂ ਸਪੋਜ਼ ਅ ਸ਼ਾਰਟ ਸਰਕਟ occurs at a point as shown in a figure in order to ensure selectivity it is desired that only circuit breaker E and F ਤੁਸੀਂ ਡਾਇਗਰਾਮ ਨੂੰ ਅਗਰ ਧਿਆਨ ਨਾਲ ਫਿਰ ਇੱਕ ਵਾਰੀ ਦੇਖੋਗੇ ਤਾਂ ਤੁਹਾਨੂੰ ਦੇਖੋਗੇ ਕਿ ਅਗਰ ਸਰਕਟ ਬ੍ਰੇਕ ਫਾਲਟ ਪੈਂਦਾ ਹੈਗਾ F ਪੁਆਇੰਟ ਦੇ ਉੱਤੇ ਤਾਂ E ਤੇ F ਜਿਹੜੀਆਂ ਦੋਨੋਂ ਰਿਲੇਜ਼ ਜਿਹੜੀਆਂ ਓਪਨ ਹੋਣੀਆਂ ਚਾਹੀਦੀਆਂ ਹੈਗੀਆਂ अदर सेक्शन ऑफ द रिंग शुड बी इंटैक्ट टू मेनटेन कंटिन्यूस ते बाकी सारा सैक्शन जिहड़ा ओह जुड़िया रहना चाहिए सप्लाई देने लई फीडर्स बाकी पोर्शन नूं मतलब किहड़ी E ते F कहंदा इन फैक्ट द अबव अरेंजमेंट accomplish this job किदां द पावर विल बी फेड टू फॉल्ट वाया रूट फ्रॉम एक रूट कहंदा पावर सप्लाई हो रही है देखो एक रूट है फ्रॉम G अराउंड S1 एंड S2 दूजा अराउंड G S4
ਤੇ S3 ਮਤਲਬ ਇੱਕ S1 S2 ਵੱਲ ਤੋਂ ਸਪਲਾਈ ਜਾਊਗੀ, ਦੂਜੀ ਕਰੰਟ ਜਾਊਗਾ, ਦੂਜਾ S4 ਤੇ S3। ਕਹਿੰਦਾ ਹੁਣ ਤੁਸੀਂ ਧਿਆਨ ਅਗਰ ਲੇ ਵੱਲ ਦੇਖੋਗੇ ਬੜੇ ਸਿਸਟਮੈਟਿਕ ਵੇ ਨਾਲ, ਅਗਰ ਉੱਪਰਲੇ ਪਾਸੋਂ ਸਪਲਾਈ ਜਾਂਦੀ ਆ ਤਾਂ ਜਨਰੇਟਰ ਵਾਲੀ ਲੇ ਦਾ ਟਾਈਮਿੰਗ ਹੈਗੀ 0.5, ਅੱਗੇ ਜਾਊਂਗੇ ਇੱਕ ਰਿਵਰਸ ਟਾਈਮ ਵਾਲੀ ਲੇ ਲੱਗੀ ਹੋਈ ਆ, ਉਹਦਾ ਟਾਈਮ ਹੈਗਾ 2, ਬਟ ਉਸ ਤੋਂ ਬਾਅਦ ਜਿਹੜੀ ਰਿਵਰਸ ਟਾਈਮ ਵਾਲੀ ਜਿਹੜੀ ਪਹਿਲੀ ਲੇ ਆ ਉਹਦਾ ਟਾਈਮ ਹੈ 1 ਉਹਦੇ ਨਾਲੋਂ ਘੱਟ ਟਾਈਮ ਹੈ E ਦਾ, ਇਸ ਕਰਕੇ E ਟ੍ਰਿਪ ਕਰੇਗੀ। ਅਗਰ ਥਰਡੇ ਪਾਸੇ ਜਾਓਗੇ ਤਾਂ ਤੁਸੀਂ ਦੇਖੋਗੇ F ਜਿਹੜੀ ਡਾਇਰੈਕਸ਼ਨ ਲੇ ਆ, ਪਰ ਉਹਦਾ ਪਹਿਲੀ ਡਾਇਰੈਕਸ਼ਨ ਲੇ ਨਾਲ ਜਦੋਂ ਕਰੰਟ ਦੀ ਸਪਲਾਈ ਆ ਰਹੀ ਆ ਉਹਦੇ ਨਾਲ ਉਹਦਾ ਟਾਈਮ ਘੱਟ ਆ, ਇਸ ਕਰਕੇ ਪਹਿਲਾਂ ਉਹ ਇੰਸਟੈਂਟ ਲੇ ਆ, ਜਿਹਦਾ ਟਾਈਮ ਘੱਟ ਪਹਿਲਾਂ ਉਹ ਟ੍ਰਿਪ ਹੋਏਗੀ। ਇਸ ਤਰ੍ਹਾਂ ਇਹ ਸਰਕਟ ਜਿਹੜਾ ਟ੍ਰਿਪ ਹੋ ਜਾਂਦਾ ਤੇ ਸਾਡੀ ਰਿੰਗ ਮੇਨ ਸਿਸਟਮ ਇਸ ਤਰ੍ਹਾਂ ਇਹ ਵਰਕ ਕਰਦਾ ਹੈਗਾ ਰਿਲੇਜ਼ ਦਾ।